ਧੰਨ ਵਾਹਿਗੁਰੂ ਸਾਹਿਬ ਜੀਓ। ਪੌੜੀ ਆਪੀ ਨੈ ਆਪ ਸਾਜਿਓ, ਆਪੀ ਨੈ ਰਚਿਓ ਨਾਮ। ਦੋਇ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਉ। ਦਾਤਾ ਕਰਤਾ ਆਪ ਤੂੰ, ਉਸ ਦੇਵਹਿ ਕਰਹਿ ਪਸਾਉ। ਤੂੰ ਜਾਣੋਈ ਸਭ ਸੈ, ਦੇ ਲੈ ਸਹਿ ਜਿੰਦ ਕਵਾਉ। ਕਰ ਆਸਣ ਡਿਠੋ ਚਾਉ। ਤੂੰ ਜਾਣੋਈ ਸਭ ਸੈ, ਦੇ ਲੈ ਸਹਿ ਜਿੰਦ ਕਵਾਉ। ਕਰ ਆਸਣ ਡਿਠੋ ਚਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਨੇ ਪਹਿਲੇ ਸ਼ਲੋਕ ਵਿੱਚ ਸਤਿਗੁਰੂ ਦੀ ਅਜ਼ਮਤ, ਗੁਰੂ ਤੋਂ ਕੁਰਬਾਨ ਜਾਣਾ, ਤੇ ਅਗਲੇ ਸ਼ਲੋਕ ਜੋ ਸਵੇਰੇ ਅਸੀਂ ਵਿਚਾਰ ਰਹੇ ਸਾਂ, ਜਿਤਨਾ ਮਰਜੀ ਇਨਸਾਨ ਕੋਲ ਬਾਹਰ ਦੀ ਨੌਲੇਜ ਹੋਵੇ, ਗਿਆਨ ਹੋਵੇ, ਪਰ ਅਧਿਆਤਮਕ ਜੀਵਨ ਦੀ ਸੋਝੀ ਸਮਰੱਥ ਗੁਰੂ ਤੋਂ ਬਿਨਾਂ ਨਹੀਂ ਹੋ ਸਕਦੀ। ਅੰਦਰ ਦੀ ਸੋਝੀ, ਅੰਦਰ ਦਾ ਗਿਆਨ ਸਤਿਗੁਰੂ ਦੀ ਬਖਸ਼ਿਸ਼ ਦੁਆਰਾ। ਤੀਸਰਾ ਸ਼ਲੋਕ ਹਜ਼ੂਰ ਨੇ ਇੱਕ ਤਿਲ ਦੀ ਉਦਾਹਰਨ ਦਿੱਤੀ ਹੈ, ਉਸੇ ਨੂੰ ਮੈਂ ਵਿਚਾਰ ਨੂੰ ਅੱਗੇ ਤੋਰਦਾ ਹੋਇਆ ਇਹਦੇ ਵਿੱਚ ਹੀ ਅਸੀਂ ਪੌੜੀ ਦੀ ਵਿਚਾਰ ਕਰਾਂਗੇ। ਹਜ਼ੂਰ ਨੇ ਬਚਨ ਕੀਤਾ, ਕੁਛ ਲੋਕ ਉਹਨਾਂ ਕੋਲ ਸ਼ਬਦਾਵਲੀ ਹੈ, ਉਹਨਾਂ ਦੇ ਦਿਮਾਗ ਕੋਲ ਨੌਲੇਜ ਹੈ, ਪਰ ਦੁੱਖ ਇਸ ਚੀਜ਼ ਦਾ ਹੈ ਕਿ ਉਹ ਆਪਣੇ ਅੰਦਰੋਂ ਚਲਾਕੀ ਨਹੀਂ ਛੱਡਦੇ, ਚਤੁਰਾਈ ਨਹੀਂ ਛੱਡਦੇ, ਆਪਣੀ ਸਿਆਣਪ ਨੂੰ ਨਹੀਂ ਛੱਡਦੇ, ਗੁਰੂ ਨੂੰ ਚੇਤੇ ਨਹੀਂ ਕਰਦੇ। ਫਿਰ ਗੱਲ ਧਿਆਨ ਨਾਲ ਸੁਣਿਓ, ਗੱਲ ਗੁਰੂ ਦੀ ਕਰਦੇ ਆ, ਉਹਨਾਂ ਕੋਲ ਸ਼ਬਦਾਵਲੀ ਗੁਰੂ ਦੀ ਵਿਚਾਰ ਹੈ, ਨੌਲੇਜ ਹੈ, ਪਰ ਸਤਿਗੁਰੂ ਕਹਿੰਦੇ ਧੁਰ ਅੰਦਰ ਤੋਂ ਆਪਣੇ ਗੁਰੂ ਤੇ ਭਰੋਸਾ ਨਹੀਂ, ਗੁਰੂ ਨੂੰ ਯਾਦ ਨਹੀਂ ਕਰਦੇ, ਸਾਰੀ ਜ਼ਿੰਦਗੀ ਚਲਾਕੀਆਂ ਵਰਤਦੇ ਨੇ। ਹਜ਼ੂਰ ਕਹਿੰਦੇ ਨੇ ਐਸੇ ਇਨਸਾਨ ਉਸ ਛੁੱਟੜ ਬਵਾੜ ਤਿਲ ਦੀ ਤਰ੍ਹਾਂ ਨੇ ਕਿ ਜਿਸ ਦਾ ਕੱਦ ਵੀ ਬਣਿਆ, ਫੁੱਲ ਵੀ ਬਣੇ, ਫਲੀਆਂ ਵੀ ਲੱਗੀਆਂ, ਪਰ ਦੁੱਖ ਇਸ ਚੀਜ਼ ਦਾ ਕਿ ਉਹਦੇ ਵਿੱਚ ਦਾਣੇ ਪੈਦਾ ਹੋਣ ਦੀ ਥਾਂ ਕੇਵਲ ਸਵਾਹ ਭਰੀ ਗਈ। ਤੇ ਇਸ ਨਿਖਸਮਿਆਂ ਨੂੰ, ਨਿਕੰਮਿਆਂ ਨੂੰ ਬਾਲਣ ਵਾਸਤੇ, ਸਾੜਨ ਵਾਸਤੇ ਕਈ ਲੋਕ ਇਹਨੂੰ ਪੱਟਣ ਵਾਸਤੇ ਆ ਗਏ। ਅਨੇਕਾਂ ਨੇ ਫੁੱਲ ਤੇ ਉਸ ਪੇਡੇ ਤੇ ਆਪਣਾ ਅਧਿਕਾਰ ਦਰਸਾਇਆ। ਸਤਿਗੁਰੂ ਕਹਿੰਦੇ ਨੇ ਤਥਾ ਕਥਿਤ ਗਿਆਨੀ, ਖਿਮਾ ਕਰਿਓ ਵਿੱਚ ਅਸੀਂ ਸਾਰੇ ਸ਼ਾਮਲ ਹੁੰਨੇ। ਮੈਂ ਆਪਣੀ ਗੱਲ ਕਰ ਰਿਹਾ, ਅਸੀਂ ਬਾਹਰੋਂ ਭੋਲਾਪਨ ਦਿਖਾਉਂਦੇ ਹਾਂ, ਪਰ ਅੰਦਰ ਵਲ ਛਲ ਕਪੜ ਛੱਡਣ ਨੂੰ ਤਿਆਰ ਨਹੀਂ। ਹਜ਼ੂਰ ਕਹਿੰਦੇ ਨੇ ਐਸੇ ਲੋਕ ਜਿਹੜੇ ਗੁਰੂ ਤੋਂ ਚੇਤੇ ਨਹੀਂ ਕਰਦੇ, ਆਪਣੀ ਚਲਾਕੀ ਵਰਤਦੇ ਨੇ, ਉਹ ਤਾਂ ਉਸ ਛੁੱਟੜ ਤਿਲ ਦੀ ਤਰ੍ਹਾਂ ਨੇ ਕਿ ਜਿਹਨੇ ਦਾਣੇ ਭਰੇ ਨਹੀਂ, ਉਹਨੇ ਪਾਣੀ ਵੀ ਲਿਆ, ਖਾਦ ਵੀ ਲਈ, ਸਭ ਕੁਝ ਸੰਭਾਲ ਵੀ ਉਹਦੀ ਹੋਈ, ਪਰ ਦੁੱਖ ਇਸ ਚੀਜ਼ ਦਾ ਕਿ ਅੰਦਰੋਂ ਥੋਥੇ ਦਾ ਥੋਥਾ ਰਹਿ ਗਿਆ। ਆਓ ਥੋੜਾ ਜਿਹਾ ਬਾਣੀ 'ਚ ਅਸੀਂ ਦੇਖੀ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਉਸੇ ਸ਼ਲੋਕ ਦੀ ਲੜੀ ਜੋ ਸੁਬਾ ਮੈਂ ਅਰਜ਼ ਕੀਤੀ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ ਹਜ਼ੂਰ ਦਾ। ਦੇਖੋ, ਪਰਮਾਤਮਾ ਦੀ ਗੱਲ ਕਰਨੀ ਤੇ ਅੰਦਰ ਦੀ ਚਾਲਾਕੀ ਨੂੰ, ਸਿਆਣਪ ਨੂੰ ਛੱਡ ਦੇਣਾ। ਪਿਆਰਿਓ, ਜੇ ਕਿਤੇ ਬੰਦਾ ਆਪਣੇ ਅੰਦਰ ਦੀ ਚਲਾਕੀ ਛੱਡ ਦੇ ਨਾ, ਭੋਲਾ ਭਾਵ ਲੈ ਕੇ ਸੱਚੀ ਮੁੱਚੀ ਭਾਵਨਾ ਨਾਲ ਸਮਰਪਿਤ ਹੋ ਜਾਏ, ਤੇ ਮੇਰਾ ਖਿਆਲ ਉਹਨੂੰ ਚੋਖੇ ਗਿਆਨ ਧਿਆਨ ਦੀ ਕੋਈ ਲੋੜ ਹੀ ਨਹੀਂ। ਭੋਲਾ ਭਾਵ ਤਾਂ ਪਰਮਾਤਮਾ ਨੂੰ ਇੱਕ ਖਿੰਨ ਵਿੱਚ ਮਿਲਾ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਦਾ ਇੱਕ ਅੰਮ੍ਰਿਤ ਬੋਲ ਹੈ, ਉਸ ਵਿੱਚ ਹਜ਼ੂਰ ਨੇ
ਨੌਲੇਜ, ਗਿਆਨ ਬਾਹਰਮੁਖੀ ਤੇ ਅੰਦਰ ਦੀ ਚਲਾਕੀ ਦੋਨਾਂ ਦਾ ਜ਼ਿਕਰ ਕੀਤਾ ਹੈ। ਹਜ਼ੂਰ ਨੇ ਫਰਮਾਇਆ ਜੇ ਬੰਦਾ ਅੰਦਰੋਂ ਸੁਚੇਤ ਹੈ ਤੇ ਸੁਬਾ ਸੁਚੇਤ ਦੇ ਅਰਥ ਕੀਤੇ ਸਨ ਚਲਾਕ, ਚੁਸਤ, ਕਪਟੀ, ਫਰੇਬੀ, ਮਕਾਰੀ। ਅੰਦਰੋਂ ਬੰਦਾ ਚਲਾਕ ਹੈ, ਚੁਸਤ ਬੜਾ ਹੈ, ਬਾਹਰੋਂ ਜਦੋਂ ਗਾਉਣ ਲੱਗਦਾ ਕਮਾਲ ਦੀ ਗੱਲ, ਉਹਦੇ ਕੋਲ ਰਾਗ ਬਹੁਤ ਨੇ, ਗਾਉਂਦਾ ਬਹੁਤ ਸੋਹਣਾ। ਪਰ ਹਜ਼ੂਰ ਕਹਿੰਦੇ ਨੇ ਉਹਦਾ ਗਾਉਣਾ, ਉਹਦੇ ਅਲਾਪ ਲਾਣੇ ਕੀ ਕੰਮ ਕਰਨਗੇ ਜੋ ਉਹ ਅੰਦਰ ਦੀ ਚਲਾਕੀ ਨਹੀਂ ਛੱਡਦਾ ਪਿਆ, ਕਪਟ ਉਹਦੇ ਅੰਦਰ ਭਰਿਆ ਪਿਆ। ਦੂਸਰਾ ਬਚਨ ਕੀਤਾ ਹੈ ਕਿ ਇਨਸਾਨ ਕਥਾ ਬਹੁਤ ਸੋਹਣੀ ਕਰਦਾ, ਬੋਲਦਾ ਬਹੁਤ ਚੰਗਾ ਹੈ, ਪਰ ਜੇਕਰ ਉਹਦੇ ਅੰਦਰ ਵੀ ਕਪਟ ਹੈ, ਨੌਲੇਜ ਉਹਦੇ ਕੋਲ ਬੜੀ, ਗਿਆਨ ਉਹਦੇ ਕੋਲ ਅਥਾਹ ਹੈ, ਪਰ ਅੰਦਰ ਵਾਲਾ ਕਪਟ ਛੱਡਣ ਨੂੰ ਤਿਆਰ ਨਹੀਂ। ਫਿਰ ਮੈਂ ਬੇਨਤੀ ਕਰਾਂਗਾ, ਲੋਕ ਦੋਸ਼ ਲਾਣ ਵੀ ਕਪਟੀਏ, ਇਹਦੀ ਪਰਵਾਹ ਨਾ ਕਰੇ ਬੰਦਾ, ਪਰ ਸੱਚ ਇਹ ਵੇ ਆਪ ਅੰਦਰੋਂ ਇਮਾਨਦਾਰ ਹੋਵੇ, ਅੰਦਰੋਂ ਕਪਟੀ ਨਾ ਹੋਵੇ। ਕੋਈ ਜ਼ਰੂਰੀ ਨਹੀਂ ਕਿ ਤੁਸੀਂ ਅਧਿਆਤਮਕ ਰਸਤੇ ਤੇ ਚੱਲਦੇ ਹੋ ਤੇ ਸਮਾਜ ਤੁਹਾਨੂੰ ਪ੍ਰਵਾਨ ਕਰ ਲਏਗਾ। ਇਸ ਗੱਲ ਨੂੰ ਘਰੋਂ ਮੰਨ ਕੇ ਤੁਰਿਓ ਕਿ ਪਰਮਾਰਥ ਦੇ ਰਸਤੇ ਤੇ ਚੱਲਦੀਆਂ ਜਿਤਨੀਆਂ ਮੁਸ਼ਕਿਲਾਂ ਨੇ, ਇੰਨੀਆਂ ਸ਼ਾਇਦ ਦੁਨੀਆ ਕਮਾਉਂਦਿਆਂ ਮੁਸ਼ਕਿਲਾਂ ਨਹੀਂ ਆਉਣੀਆਂ। ਸਮਾਜ ਨੇ ਕਿਸੇ ਨੂੰ ਅੱਜ ਤੱਕ ਨਹੀਂ ਬਖਸ਼ਿਆ। ਦਾਸ ਤਾਂ ਕਈ ਵਾਰੀ ਬੇਨਤੀ ਕਰਦਾ, ਜਿਸ ਗੁਰੂ ਨਾਨਕ ਸਾਹਿਬ ਨੂੰ ਨਿਰੰਕਾਰ ਦਾ ਅਸੀਂ ਆਕਾਰ ਕਹਿ ਰਹੇ ਹਾਂ, ਕਿ ਉਸ ਵਕਤ ਦੇ ਸਮਾਜ ਨੇ, ਕਿ ਉਸ ਵਕਤ ਦੇ ਤਥਾ ਕਥਿਤ ਗਿਆਨੀਆਂ ਨੇ, ਕਿ ਉਸ ਵਕਤ ਦੇ ਸਾਡੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੱਚ ਨੂੰ ਉਸ ਸੈਮ ਪ੍ਰਵਾਨ ਕਰ ਲਿਆ। ਹਜ਼ੂਰ ਨੂੰ ਇਹ ਸ਼ਬਦ ਕਹਿਣੇ ਪਏ। ਹਜ਼ੂਰ ਕਹਿੰਦੇ ਨੇ ਮੈਨੂੰ ਇੱਥੋਂ ਤੱਕ ਲੋਕਾਂ ਨੇ ਕਿਹਾ ਵੀ ਇਹ ਸ਼ਦਾਈ ਹੋ ਗਿਆ ਬਾਬੇ ਕਾਲੂ ਦਾ ਪੁੱਤਰ, ਇਹ ਕਮਲਾ ਹੈ। ਕਿਸੇ ਕਿਹਾ ਇਹ ਬੜੇ ਭੈੜੇ ਭੈੜੇ ਸ਼ਬਦ ਵਰਤੇ। ਉਹ ਅਸੀਂ ਗੁਰਦੇਵ ਦੇ ਬਚਨ ਮਾਰੂ ਰਾਗ 'ਚ ਪੜ੍ਹਨੇ ਆ ਕਿ ਕੋਈ ਆਖੈ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਸਮਾਜ ਨੇ ਸਵੀਕਾਰ ਨਹੀਂ ਕੀਤਾ ਉਸ ਵਕਤ ਕੁਝ ਲੋਕਾਂ ਨੇ। ਮੈਂ ਬੇਨਤੀ ਕਰਾਂ, ਗੁਰੂ ਰਾਮਦਾਸ ਕਹਿੰਦੇ ਨੇ ਕੋਈ ਮੰਨ ਲਓ ਰਾਗ ਗਾਉਂਦਾ ਹੈ, ਕਮਾਲ ਦਾ ਆਲਾਪ ਲਾਉਂਦਾ ਹੈ, ਪਰ ਅੰਦਰ ਚਲਾਕੀ ਹੈ, ਅੰਦਰ ਛਲ ਕਪਟ ਹੈ। ਮੰਨ ਲਓ ਕੋਈ ਕਥਾ ਕਰ ਰਿਹਾ ਹੈ, ਪਰ ਅੰਦਰ ਚਲਾਕੀਆਂ, ਸਿਆਣਪਾਂ, ਕਲਾਬਾਜ਼ੀਆਂ ਖੇਡ ਰਿਹਾ। ਸੱਚੇ ਪਾਤਸ਼ਾਹ ਅਗਲੀ ਬਚਨ ਕਰਦੇ ਨੇ, ਮੰਨ ਲਓ ਕੋਈ ਸਿੰਘੀ ਵਿੱਚ ਜਾਂਦਾ ਜੋਗੀ, ਕੋਈ ਵੇਦਾਂ ਨੂੰ ਪੜ੍ਹਦਾ ਵੇਦ ਪਾਠੀ। ਹਜ਼ੂਰ ਕਹਿੰਦੇ ਨੇ ਜਿਸ ਬੰਦੇ ਦੇ ਅੰਦਰ ਕਪਟ ਹੈ, ਉਹ ਭਾਵੇਂ ਗਿਆਨ ਇਕੱਠਾ ਕਰਕੇ ਕਥਾ ਕਰੇ, ਉਹ ਭਾਵੇਂ ਸੱਚ ਇਹ ਵੇ ਕਿ ਰਾਗਾਂ ਵਿੱਚ ਗਾਣਾ ਸ਼ੁਰੂ ਕਰਦਾ ਹੈ, ਉਹ ਬੰਦਾ ਭਾਵੇਂ ਅਨੇਕਾਂ ਤਰ੍ਹਾਂ ਦੇ ਵੇਦ ਪਾਠਨ ਕਰੇ, ਜਿਸ ਬੰਦੇ ਦੇ ਅੰਦਰ ਕਪਟ ਹੈ ਉਹਦਾ ਗਾਵਿਆ, ਉਹਦਾ ਬੋਲਿਆ ਇਸ ਤਰ੍ਹਾਂ ਜਿਵੇਂ ਬੰਦਾ ਕੇਵਲ ਰੋਈ ਜਾ ਰਿਹਾ ਹੈ। ਰੋਣਾ ਕਿਸ ਅਰਥ ਹੈ? ਹਜ਼ੂਰ ਦੇ ਇਸ ਪਵਿੱਤਰ ਸ਼ੰਤ ਦਾ ਇਹ ਬਚਨ ਆਪ ਸਭ ਨੂੰ ਚੇਤੇ। ਉਹਦੇ 'ਚ ਕਿਹਾ ਇੱਕ ਕਪਟ ਤੇ ਇੱਕ ਸ਼ੁੱਧ ਭਾਵਨਾ। ਹਜ਼ੂਰ ਦਾ ਬੋਲ ਹੈ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਮਨ ਆਪਣੇ ਸੁਚੇਤ। ਬਸ ਇਸ ਤੁਕ ਵੱਲ ਨਾਨਕ ਗੁਰੂ ਨਾ ਚੇਤਨੀ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਰਾਗਾਂ ਰਾਹੀਂ, ਨਾਦਾਂ ਰਾਹੀਂ, ਵੇਦਾਂ ਦੇ ਸ਼ਲੋਕ ਸ਼ੁਰਤੀਆਂ ਰਾਹੀਂ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਵਾਹਿਗੁਰੂ ਜੀ ਨਹੀਂ ਭੀਜਣਗੇ। ਮਹਾਰਾਜ ਕਿਉਂ ਨਹੀਂ ਭੀਜਣਗੇ? ਕਹਿਣ ਲੱਗੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਮਨ ਆਪਣੇ ਸੁਚੇਤ, ਅੰਦਰੋਂ ਚਲਾਕ ਨੇ, ਕਪਟੀ ਨੇ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾਂ ਰੋਏ ਕਿਆ ਕੀਜੈ। ਹਰ ਕਰਤਾ ਸਭ ਕੁਝ ਜਾਣਦਾ। ਉਹ ਪਰਮਾਤਮਾ ਸਭ ਕੁਝ ਸਮਝਦਾ ਪਿਆ ਬੰਦੇ ਦੇ ਅੰਦਰ ਕੀ। ਹਰ ਕਰਤਾ ਸਭ ਕੁਝ ਜਾਣਦਾ, ਸਿਰ ਰੋਗ ਹੱਥ ਦੀਜੈ। ਇਹ ਥੋੜਾ ਜਿਹਾ ਬੇਨਤੀ ਸੁਣਿਓ। ਮਨ ਆਪਣੇ ਸੁਚੇਤ ਕਿਵੇਂ? ਮੰਨ ਲਓ ਇੱਕ ਬੰਦੇ ਨੂੰ ਕੋਈ ਰੋਗ ਹੈ, ਬਿਮਾਰੀ ਹੈ, ਜਾਂ ਉਹਨੂੰ ਕੋਈ ਜ਼ਖਮ ਹੋ ਗਿਆ। ਹੁਣ ਉਹ ਉਸ ਰੋਗ ਨੂੰ ਲੁਕਾਉਣ ਲਈ ਉੱਤੇ ਹੱਥ ਰੱਖ ਕੇ ਕਹੇ ਮੈਨੂੰ ਤਾਂ ਰੋਗ ਕੋਈ ਹੈ ਹੀ ਨਹੀਂ। ਤੁਸੀਂ ਦੱਸੋ ਕਿ ਉੱਤੇ ਕੱਪੜਾ ਪਾ ਕੇ ਜ਼ਖਮ ਨੂੰ ਲੁਕਾਉਣ ਦੇ ਨਾਲ ਪੀੜਾ ਮੁੱਕ ਜਾਏਗੀ? ਕਿ ਉੱਤੇ ਹੱਥ ਰੱਖ ਕੇ ਕਹੇ ਵੀ ਮੈਨੂੰ ਤਾਂ ਬਿਲਕੁਲ ਮੈਂ ਤੰਦਰੁਸਤ ਹਾਂ? ਪਰਦੇ ਦੇ ਥੱਲੇ ਰੱਖੀ ਕੋਈ ਬਿਮਾਰੀ ਨਾਲ ਬੰਦਾ ਪਰਦੇ ਕਰਕੇ ਨਹੀਂ ਬਚਦਾ। ਇਹਨੂੰ ਮੈਂ ਹੋਰ ਬੇਨਤੀ ਕਰਾਂ, ਪੈਰ ਵਿੱਚ ਮੰਨ ਲਓ ਕੰਡਾ ਚੁੱਭ ਗਿਆ, ਸੂਲ ਚੁੱਭ ਗਈ, ਤੇ ਬੰਦੇ ਨੇ ਮਖਮਲੀ ਜੁੱਤੀ ਪਾ ਲਈ ਜੀ,
क्योंकि मैं कंडा चुभ गया, मैं कंडे नूं कढना नहीं, पर वो जुत्ती मखमली पा के तुरिया फिरदा है। धन गुरु ग्रंथ साहिब कहंदे ने कि अंदर जिहड़ा कंडा चुभिया उहनूं मखमली जुत्ती दे नाल ढकिया जा सकदा है? नहीं, उहदी चीस उठेगी। जिन्नी देर तक कढांगे नहीं, भावें मखमली जोड़े पा के रखो, सूल दी रड़क अंदर पैरां 'च जरूर पैएगी। फिर बेनती करां, जख्म होवे, पीड़ा होवे, उहनूं कपड़े दे थल्ले ढक दिओ ते रोग दी चीस नहीं जांदी। कंडा पैरां विच चुभिया होवे, उहनूं मखमली जुत्ती पा के कहो पीड़ा हट जाएगी, कदी नहीं। इहदा मैं मतलब की कह रहा, अंदर कपट होवे ते बाहरों मिठियां गल्लां करन दे नाल कपट दी पीड़ा चली जाएगी। अंदर कपट है कि वह रोग पर्दे थले चला जाऊगा। कोई गावे रागी नादी बेदी बहु भांत करनी, खर हर भीजै राम राजे, जिन्हा अंतर कपट विकार है तिना रोए क्या कीजै, उन्हां दियां अखां दा पानी कुछ नहीं करेगा। तिना रोए क्या कीजै, खर करता सब किछ जानदा, सिर रोग हथ दीजै। अगे महाराज कहते जिन्ना नानक गुरमुख हिरदा शुद्ध है, कपटी ना होवे, हिरदा शुद्ध होवे, अखर घट समझ होण, नॉलेज घट होवे, पर हिरदे दी पवित्रता होवे ते परमात्मा नाल है। ताई साहिब ने कहा जिन्ना नानक गुरमुख हिरदा शुद्ध है, हर भगत हर लीजै। परमात्मा दी भगती उन्हां नूं ही प्राप्त हुंदी है जिन्हां दे हिरदे दी शुद्धता है। यही कारण मैं इत्थे एक होर उदाहरण देना। कबीर साहिब जी का अज सलोक मेरे सामने आया, पढ़ते हैं। कबीर कोठी काठ की दै दिश लागी आग। मैं दे अर्थ करना, पहला श्लोक है कबीर कोठी काठ की दै दिश लागी आग, पंडित पंडित जल मुवे मूर्ख उबरे भाग। ये भी श्लोक ये व्याख्या करता है श्लोक की। मन अपने सुचेत। मान लो एक लकड़ का कोठा है, मैं अगे भावर्थ करना है। उस लकड़ के कोठे विच पंडित भी ने ते मूर्ख भी ने। जिन्होंने लोग सियाणे नहीं कहते, जिन्होंने विद्वान लोग कहते हैं, तो मूर्ख इनू तो समझ ही कोई नहीं, मैं तो इन्ना कुछ पढ़िया। इस मूर्ख ने की पढ़िया? हुण लकड़ की कोठी विच पंडित विद्वान भी बैठे ने, मूर्ख भी बैठे ने। हुण प्यारिओ, लकड़ की कोठी नूं लागी अग ते विद्वान पंडित किताबां खोल के बैठ गया, अग लगदी किवें में? लकड़ किन्ने चिर च सड़ सकदी? ये लकड़ नूं किवें गिरफ्त कर लैगी? हुण वो बंदा न समझी ये नहीं देख रहा भी मैं अग तो बचां, वो अंदर बैठा अग दा विश्लेषण करी जा रहा, अपना ज्ञान झाड़ी जा रहा। ते जिन्हों मूर्ख कहंदा सी उन्हें अपने कपड़े चुके ते छाल मारी, बाहर निकल गया। पंडित सड़ के सुआह हो गया, मूर्ख फिर साबत दा साबत बच गया। ਇਹਦਾ ਭਾਵ अर्थ की ये शरीर मानो ये कोठी है, लकड़ की कोठी नूं अग लगनी। तो 10 जेडे ने भाई वीर सिंह कहते हैं कर्म इंद्रे ज्ञान इंद्रे जां 10 द्वारे जेडे ने ये 10 पासों अग ही अग लगी, 4 चफेरे अग लगी। हुण जिहड़ा पंडित बंदा वो लगी कोई अग विच अपना ज्ञान झाड़ी जांदा है। ये तीली किवें बनी होवेगी, माच किवें बनी होवेगी, अग किवें पकड़ेगी, अग अगे किवें चलेगी। ते मूर्ख जिन्हों कह रहा वो कहंदा भी मेरा मसला अग नाल नहीं, ये काम कित्थों आया, ये क्रोध कित्थों आया, मोह कित्थों पैदा हुंदा है। पंडित जिहड़ा वो विषय वासनावां दी व्याख्या करदा पिया है, ते जिन्हों मूर्ख कहंदा रब दी बंदगी करो, इस अग तो बच जाओ ते पार उतार। विद्वान फस गया, सड़ गया। जिन्हों मूर्ख कहंदा सी वो बच गया। कबीर साहब ने क्या, कबीर कोठी काठ की दै दिश लागी आग, 4 चफेरे 10 पासे अग लग गई। महाराज कहते पंडित पंडित जल मुवे, जेड़े विद्वान कहते सन छुट्टै तिल बुवाड़ ज्यों, वो सड़ गए। मूर्ख उभरै भाग, कहते जेड़े मूर्ख सन वो तो भज के दुड़ंगियां मारते गए। उन्हें क्या बचो अग तो। मैं एक बेनती करांगा कि गुरु ग्रंथ साहिब कहते ने कपटी बंदा जे ज्ञान की गल करता है, सच एवे वो एक दिन नखसमा हो जाएगा जे उहदे कोल बंदगी नहीं कीता। इत्थे मैं 2 सिर प्रमाण होर देने ने, फिर उस तो अगे पौड़ी की विचार आप आरंभ करनी, क्योंकि आसा की वार की पौड़ी दर पौड़ी। मैं तो सोच रहा सा कि जिमें एक एक पौड़ी का डंडा सानू उच्चे ले जाता है, जदों पौड़ी दर पौड़ी असी अगे वधांगे
ਤੇ ਸਾਨੂੰ ਆਪ ਹੀ ਨੇ ਤੋਂ ਪੌੜੀ ਪੌੜੀ ਲੈ ਪਹੁੰਚੇਗੀ ਵੱਡੇ ਕੀਆਂ ਵਡਿਆਈਆਂ ਤੱਕ। ਇਸ ਪੌੜੀ ਨਾਲ ਅੱਗੇ ਵਿਆਖਿਆ ਕੱਲ ਨੂੰ ਹੋਵੇਗੀ ਸੱਚੇ ਦੀ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਫਿਰ ਬੇਨਤੀ ਕਰਾਂਗਾ, ਅੱਜ ਮੈਂ ਸ਼ਬਦ ਅਰਜ਼ ਕਰ ਦੇਵਾਂ ਕਿ ਦੇਖੋ, ਇੱਕ ਅਰਦਾਸ ਕਰੋ, ਦਾਤਾ ਕਪਟ ਤੋਂ ਬਚਾਏ, ਜੈਲਸ ਤੋਂ ਬਚਾਏ। ਬੜਾ ਮੁਸ਼ਕਲ 'ਚ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਅੰਮ੍ਰਿਤ ਬਚਨ ਹੈ, ਸੁਖਮਨੀ ਸਾਹਿਬ 'ਚ ਮੈਂ ਅਰਜ਼ ਕਰ ਲੱਗਾ। ਉਹ ਬਚਨ ਹੈ ਕਿ ਰਹਿਤ ਅਵਰ ਕਛ ਅਵਰ ਕਮਾਵਤ, ਮਨ ਆਪਣੇ ਸੁਚੇਤ। ਚਲਾਕੀ ਵਰਤ ਹੈ। ਪਰਮਾਤਮਾ ਤੋਂ ਆਪਣੇ ਆਪ ਨੂੰ ਕਿਵੇਂ ਲੁਕਾਏਗਾ? ਤੂੰ ਚਲਾਕ ਹੈ, ਚਲਾਕੀ ਨਾਲ ਡੇਰੇ ਬਣ ਜਾਂਦੇ, ਚਲਾਕੀ ਨਾਲ ਪੈਸਾ ਇਕੱਠਾ ਹੋ ਜਾਂਦਾ ਹੈ, ਚਲਾਕੀ ਨਾਲ ਲੋਕ ਪਿੱਛੇ ਲੱਗ ਜਾਂਦੇ ਨੇ, ਪਰ ਚਲਾਕੀ ਨਾਲ ਰੱਬ ਨੂੰ ਨਹੀਂ ਪਾਇਆ ਜਾ ਸਕਦਾ। ਅੱਜ ਬਿਜ਼ਨਸ ਇੱਕ ਚਲਾਕੀ। ਤੁਸੀਂ ਦੇਖਦੇ ਹੋ ਵੱਖ-ਵੱਖ ਥਾਵਾਂ ਤੇ ਜਿਹੜੇ ਰੌਲੇ ਰੱਪੇ ਪੈਂਦੇ ਨੇ, ਚਲਾਕੀਆਂ ਵਰਤੀਆਂ ਜਾ ਰਹੀਆਂ। ਆਪਣੇ ਆਪਣੇ ਏਜੰਟ ਰੱਖੇ ਹੋਏ ਨੇ, ਉਹ ਲੋਕਾਂ ਵੀ ਜਾ ਕੇ ਵਿਆਖਿਆ ਕਰਦੇ, ਨਹੀਂ ਇਹਦੇ ਵਰਗਾ ਬੰਦਾ ਕੋਈ ਨਹੀਂ। ਮੈਂ ਕਿਸੇ ਨੂੰ ਈਰਖਾ ਵਸ ਨਹੀਂ ਕਹਿ ਰਿਹਾ, ਪਲੀਜ਼ ਮੇਰੀ ਬੇਨਤੀ ਸੁਣਿਓ। ਇਹ ਮਨ ਦੇ ਕਪਟ ਛਲ ਨੇ, ਬਹੁਤ ਸਾਜ਼ਿਸ਼ਕਾਰ ਹੈ ਅੱਜ ਦਾ ਗਿਆਨੀ। ਇਹੀ ਗੱਲ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਆਸਾ ਦੀ ਵਾਰ ਦੀ ਜਿਉਂ-ਜਿਉਂ ਵਿਚਾਰ ਚੱਲੇਗੀ, ਇੱਥੇ ਤੁਸੀਂ ਸਿੱਖਾਂ ਦਾ ਚਿਹਰਾ ਦੇਖੋਗੇ ਤੇ ਗੁਰੂ ਨਾਨਕ ਸਾਹਿਬ ਦਾ ਸੱਚ ਦੇਖੋਗੇ। ਗੁਰੂ ਸਾਹਿਬ ਕੀ ਕਹਿ ਰਹੇ ਨੇ, ਅਸੀਂ ਕੀ ਕਰ ਰਹੇ। ਉਹ ਬੰਦੇ ਕੀ ਚਲਾਕੀ ਨਹੀਂ ਸਨ ਵਰਤ ਰਹੇ। ਉਹਨਾਂ ਕੋਲ ਗਿਆਨ ਹੈ, ਨੌਲੇਜ ਹੈ। ਕਈ ਸਾਲ ਉਹਨਾਂ ਸਮਾਧੀਆਂ ਲਾਉਣ ਦਾ ਯਤਨ ਕੀਤਾ, ਪਰ ਜਦੋਂ ਵਿਸ਼ੇ ਵਾਸ਼ਨਾ ਭੋਗਣ ਦੇ ਦਿਨ ਹੁੰਦੇ ਸਨ, ਉਦੋਂ ਕਹਿਣਾ ਬਾਬਾ ਜੀ ਅਬ ਇਕਾਂਤ ਮੇਂ ਹੈ। ਗੁਰੂ ਸਾਹਿਬ ਕਹਿੰਦੇ ਕਿੰਨਾ ਚਲਾਕ ਹੈ ਇਹ, ਕਪਟੀ, ਇਹ ਛਲੀਆਂ ਹੈ। ਤੇ ਸੱਚ ਇਹ ਵੇ, ਭੋਲੀ ਪਾਲੀ ਜਨਤਾ ਜਿਹੜੀ ਏ, ਉਹ ਧਰਮ ਦੇ ਕੱਪੜਿਆਂ ਥੱਲੇ ਜਿਤਨੀ ਪ੍ਰਭਾਵਿਤ ਹੁੰਦੀ, ਸ਼ਾਇਦ ਓਨੀ ਨਹੀਂ। ਮੈਂ ਤਾਂ ਕਈ ਵਾਰੀ ਕਹਿਣਾ, ਜੇ ਰਾਵਣ ਸਿੱਧਾ ਚੜ੍ਹ ਕੇ ਆਉਂਦਾ ਤੇ ਸੀਤਾ ਦਾ ਹਰਨ ਕਦੀ ਨਾ ਹੁੰਦਾ। ਰਾਵਣ ਨੇ ਵੀ ਸੀਤਾ ਨੂੰ ਠੱਗਣ ਵਾਸਤੇ ਭਗਵੇਂ ਕੱਪੜੇ ਪਾ ਕੇ ਆਇਆ ਸੀ। ਸੁਖਮਨੀ ਸਾਹਿਬ ਜੀ ਕਹਿੰਦੇ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਹੀ ਪ੍ਰੀਤ ਮੁਖੋਂ ਗੰਢਲਾਵਤ। ਮਨ ਹੀ ਪ੍ਰੀਤ, ਮਨ ਆਪਣੇ ਸੁਚੇਤ। ਅੰਦਰੋਂ ਚਲਾਕ ਹੈ, ਮਨ 'ਚ ਪ੍ਰੀਤ ਨਹੀਂ, ਪਰ ਜ਼ਬਾਨ ਤੋਂ ਮੁਖੋਂ ਗੰਢਲਾਵਤ। ਇਹਦਾ ਅਰਥ ਜ਼ਬਾਨ ਤੋਂ ਇੰਨੇ ਕਮਾਲ ਦਾ ਬੋਲਦਾ ਹੈ, ਇੰਜ ਲੱਗਦਾ ਹੈ ਇਹ ਰੱਬ ਨਾਲ ਜੁੜਿਆ। ਗੰਢ ਦਾ ਅਰਥ ਜੁੜਿਆ ਹੋਇਆ। ਮਨ ਹੀ ਪ੍ਰੀਤ ਮੁਖੋਂ ਗੰਢਲਾਵਤ। ਸਤਿਗੁਰੂ ਕਹਿੰਦੇ ਨੇ, ਜਾਣਨ ਹਾਰ ਪ੍ਰਭੂ ਪ੍ਰਵੀਨ। ਤੇਰੇ ਅੰਦਰ ਨੂੰ ਜਾਣਦਾ, ਕਿਉਂਕਿ ਬੰਦਾ ਪ੍ਰਵੀਨ ਨਹੀਂ ਹੋ ਸਕਦਾ, ਪਰ ਪਰਮਾਤਮ ਦੇਵਤਾ ਪ੍ਰਵੀਨ ਨੇ। ਜਾਣਨ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਪੀਨ। ਬਾਹਰ ਦੇ ਸ਼ਬਦਾਂ ਨਾਲ, ਬਾਹਰ ਦੇ ਭੇਖ ਨਾਲ, ਬਾਹਰ ਦੀ ਸ਼ਬਦਾਵਲੀ ਨਾਲ ਉਹ ਪਰਮਾਤਮ ਦੇਵ ਕਦੀ ਭਿੱਜਦੇ ਨੇ। ਬਾਹਰ ਭੇਖ ਨਾ ਕਾਹੂ ਪੀਨ, ਅਵਰ ਉਪਦੇਸ਼ ਹੈ। ਮਹਾਰਾਜ ਕਹਿੰਦੇ ਛੁੱਟੜ ਤਿਲ ਦਾ ਬਣੇਗਾ ਕੀ? ਅਵਰ ਉਪਦੇਸ਼ ਹੈ, ਆਪ ਨਾ ਕਰੈ ਆਵਤ ਜਾਵਤ, ਜਨਮੈ ਮਰੈ। ਉਹ ਮੁਕਤ ਨਹੀਂ ਹੋਵੇਗਾ। ਕਹੋ ਨਾਨਕ ਸੌ ਨਾ, ਉਹਦਾ ਹਰ ਜੂਨ ਕੋਈ ਨਾ ਕੋਈ ਖਸਮ ਬਣ ਕੇ ਉਸ ਜੀਵ ਆਤਮਾ ਨੂੰ ਲਈ ਫਿਰੇਗੀ। ਮਹਾਰਾਜ ਕਹਿੰਦੇ ਨੇ, ਆਵਰ ਉਪਦੇਸ਼ ਹੈ, ਆਪ ਨਾ ਕਰੈ ਆਵਤ ਜਾਵਤ, ਜਨਮੈ ਮਰੈ। ਜਿਸ ਕੈ ਅੰਤਰ, ਬਸ ਜਿਹਦੇ ਅੰਦਰ ਚਲਾਕੀ ਨਹੀਂ, ਵਾਹਿਗੁਰੂ ਜੀ ਵਸ ਕੇ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਇੱਕ ਵਾਰੀ ਕੋਈ ਸੱਜਣ ਇਕੱਠੇ ਹੋਏ ਇੱਕ ਬਜ਼ੁਰਗ ਆਸ਼ਰਮ ਵਿੱਚ, ਕਹਿ ਲਓ ਵਿਦਿਆਲੀ ਸੀ, ਤੇ ਬਿਰਧ ਬਜ਼ੁਰਗ ਬਾਬਾ ਉਸ ਡੇਰੇ ਦੀ ਸੇਵਾ ਸੰਭਾਲ ਉਸ ਸਥਾਨ ਦੀ ਕਰਦੇ ਸਨ। ਵਿਦਿਆਰਥੀਆਂ ਨੇ ਗੱਲ ਕਿ ਬਾਬਾ ਜੀ ਆਪਾਂ ਸੁਖਮਨੀ ਸਾਹਿਬ ਦੀ ਕਥਾ ਸ਼ੁਰੂ ਕਰੀਏ। ਉਹਨਾਂ ਕਿਹਾ, ਬੇਟਾ ਮੈਂ ਤਾਂ ਬਜ਼ੁਰਗ ਹੋ ਚੁੱਕਾ, ਦਿਸਦਾ ਵੀ ਘੱਟ ਹੈ, ਜੇ ਤੁਸੀਂ ਸ਼ੁਰੂ ਕਰੋਗੇ ਮੈਂ ਰੋਜ਼ ਸ਼ਮੂਲੀਅਤ ਕਰਾਂਗਾ। ਉਹ ਚਲੇ ਗਏ। ਜਿਸ ਦਿਨ ਕਥਾ ਸ਼ੁਰੂ ਹੋਈ, ਪਹਿਲੇ ਸ਼ਲੋਕ ਦੀ ਵਿਆਖਿਆ ਹੋਈ। ਪਹਿਲੇ ਸ਼ਲੋਕ ਤੋਂ ਬਾਅਦ ਅਸ਼ਟਪਦੀ ਸ਼ੁਰੂ ਹੋਈ, ਤੇ ਅਸ਼ਟਪਦੀ ਦੇ ਬੋਲ ਜਦੋਂ ਆਏ, ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਲ ਕਲੇਸ਼ ਤਨ ਮਾਹੇ ਮਿਟਾਵੋਂ। ਇਹ ਦੋ ਤੁਕਾਂ ਦੀ ਵਿਆਖਿਆ ਵਿਦਿਆਰਥੀ ਨੇ ਕੀਤੀ। ਬਜ਼ੁਰਗ ਨੇ ਸੁਣਿਆ, ਆਪਣੀ ਖੁੰਡੀ ਪਕੜੀ ਤੇ ਧਰਮਸ਼ਾਲਾ ਤੋਂ ਗੁਰਦੁਆਰੇ ਤੋਂ ਬਾਹਰ ਹੋ ਗਿਆ। ਵਿਦਿਆਰਥੀ ਪਿੱਛੋਂ ਕਥਾ ਕਰਦੇ ਰਹੇ। ਉਹਨਾਂ ਪੁੱਛਿਆ, ਬਾਬਾ ਜੀ ਤੁਸੀਂ ਕਿਉਂ ਨਹੀਂ ਬੈਠੇ ਉੱਤੇ, ਤੁਹਾਡਾ ਚਿੱਤ ਨਹੀਂ ਲੱਗਾ? ਕਹਿਣ ਲੱਗੇ, ਨਹੀਂ ਬੇਟਾ ਮੈਂ ਬਿਰਧ ਤੱਕ ਹੋ ਗਿਆ, ਤੁਸੀਂ ਅੱਜ ਪੜ੍ਹਾਈ ਸ਼ੁਰੂ ਕਰਕੇ ਕਥਾ ਵਾਚਕ ਬਣ ਗਏ ਹੋ,
पर मैं अजे भी सिखण तुरिया वां। मेरे गुरु अर्जुन देव ने कहा भी मेरी जिंदगी का तजर्बा ही मैं सिमरिया, मैं सिमर सिमर के सुख पाया है। ते जिन्ने कलेश ने मन दे, तन दे, आत्मा दे सारे मिट जाते हैं। जिहड़ा बंदगी करदा है, मैं तो सिर्फ वो सिमरन करन लग पिया जिहदे नाल कलेश मिटदे पए। मैं बेनती करा, देखो सिमरों सिमर सिमर सुख पावूं, कल कलेश तन माह मिटाऊं। उन्हें कहा बाबा जी गल तो बहुत सोहनी कही। कह लगे मेरे बेटा बस इक्को गल चेते रखियो, बोल घट लिया जे, गल्लां घट कर लियो, बस एक गल समझो अपने मन नूं क्या जे निघरिया घर आओ। ओ निघरिया तेरा कोई टिकाणा नहीं, अपने घर विच आ जा। मैं बेनती कर लगा, भाई गुरदास साहब जी का एक बोल है, वो कहते ने गल हो रही है नाम की, पर रस तो बिना किवें, पूरा अनुभव तो बिना किवें कह सकांगे। कहते मान लो एक बंदा खंड की व्याख्या करता है, नानक गुरु ना चेतनी मन अपने सुचेत। वो शुरू कर देगा गन्ना कित्थों बीजिया, गिवा गन्ना किवें कटिया, इनू किवें पीड़िया, किवें इहदी शुगर बनी, उन्हें व्याख्या कर दी। इहदे च इन्नी मिठास हुंदी, पर सारी जिंदगी उन्हें मिठास चखी नहीं। ईवन कि उन्हें गन्ना भी नहीं देखा, वो सिर्फ पढ़िया होया दस रहा भी गन्ना जमीन च पैदा हुंदा, उन्होंने कट्टिया जाता, वो चो रस निकलता है, इस तरह खंड बनती है, खंड मिठी हुंदी है। भाई साहब कहते हैं कि खंड दे बनाउण दी व्याख्या करदियां जीव रस लै जाएगी, जिन्नी देर तक खंड जीव ते नहीं रखी जाती। चेते रखो पंडित खंड बनाउण दी व्याख्या करदा है, ते अनुभवी जिहड़ा बनी कोई खंड नूं चखण दा यतन करदा है। हजूर सच्चे पातशाह महाराज जी दे इस अमृत बोल दी व्याख्या लई मन अपने सुचेत अगला बचन करते हैं। कहन लगे मान लो सर्दी बहुत पै रही है, ठंड बहुत ज़्यादा है, तो सब नूं पता है भी अग ठंड नूं दूर कर दी है। पोह दा महीना तुसी सारी रात बाहर बह के चुरस्ते च अग की व्याख्या करी जाओ, बालन विचों लकड़ां विचों अग निकलती है, अग भी सेक बड़ा है कि अग की कथा करन दे नाल निग मिल जूगा। एक बंदे नूं रोग लग गया, बीमार हो गया, वो ये कहना शुरू कर दे भी साडे DMC विच फलाना डॉक्टर बड़े कमाल दा जे, पुछो कुछ ना। वो घर मंजे ते बैठा डॉक्टर दियां सिफतां करी जा कि वो तंदुरुस्त हो जाएगा। एक इंसान बैंक विच पए कोई नोटां दी गल करी जाए, इस बैंक के खात्यां विच पता नहीं किन्ने को लोकां दे पैसे ने। पैसे पैसे कहण नाल कदी कोई अमीर नहीं होया जिन्नी देर तक काम नहीं करता। डॉक्टर कहण नाल कदी कोई तंदुरुस्त नहीं होया जिन्नी देर तक दवाई नहीं लैंदा। बेनती करा खंड की व्याख्या करन नाल कदी मिठास नहीं मिलती जिन्नी देर तक चखदा नहीं। अग की व्याख्या करन नाल सेक नहीं पहुँचता जिन्नी देर तक अग नूं नेड़े हो के अनुभव नहीं करता। अगली बेनती चंदन ठंडा है, सप्पां नूं भी ठंड दिंदा है। मैं चंदन की व्याख्या करांगा पर मत्थे ते चंदन लाण तो बिना ठंड नहीं पहुँचेगी। चंद्रमा की शीतलता ही, पर बेनती करा कि चंद्रमा चढ़न तो बिना शीतलता मिलेगी। भाई साहब तुसी इन्ने प्रमाण दे दिते भाई गुरदास जी। कहन लगे दरअसल मैं तां दिते ने कि अजकल दुनिया च ज्ञान गोष्ठ चर्चा बड़ी है, पर करनी तो बिना बंदे की चर्चा का कोई अर्थ नहीं रहिंदा। मैं बेनती करा मन अपने सुचेत हजूर दे अमृत बोल ने। भाई गुरदास साहब यदी वानो व्याख्या कर रहे ने। कहन लगे खांड खांड कह जेवा ना स्वाद मीठो आवे, अगन अगन कह शीत ना विनाश कह, बैद बैद कह मिटत ना रोग काहू को, दरब दरब कह कोई दरबै ना बिलास कह, चंदन चंदन कह प्रगटै ना सुबास बास, चंद चंद कह ना उजारो आगाश कह। अगे कहते तैसे ज्ञान गोष्ठ कहत ना रहत पावे, कहत ना रहत पावे। मन अपने सुचेत तैसे ज्ञान गोष्ठ कहत ना रहत पावे, करनी प्रदान भान उदत आकाश कह। ओदे दसम दवार विच अनहद नाद वजदा है, ओदे अंदर ज्ञान दा सूर चढ़ जाता है। प्यारे जिहड़ा कहण दी थां ते कमाना शुरू कर दिंदा, जिहड़ा अपनी जिंदगी च कमांदा। मैं एक बेनती करना हुन्ना कि गुरु गोबिंद सिंह महाराज उन्हां दे 52 कवि ने, ते ओ कवि जिहड़े गुरु गोबिंद सिंह दे सन्मुख खलो के अपनियां कवितावां सुणांदे ने।
ਉਹਨਾਂ ਵਿੱਚ ਇੱਕ ਮਹਾਨ ਵਿਦਵਾਨ ਹੁੰਦਾ, ਉਹਦਾ ਨਾਂ ਤੁਸੀਂ ਸਾਰੇ ਜਾਣਦੇ ਹੋ, ਸ਼੍ਰੀਮਾਨ ਭਾਈ ਨੰਦ ਲਾਲ ਜੀ। ਉਹਦੇ ਵਰਗਾ ਵਿਦਵਾਨ ਕੋਈ ਹੋਏਗਾ? ਪਰ ਜਦੋਂ ਸਤਿਗੁਰੂ ਦੇ ਦਰਬਾਰ ਵਿੱਚ ਉਹ ਵਿਦਵਾਨ ਆਉਂਦਾ, ਕਿਰਪਾ ਮੰਗਦਾ, ਗ੍ਰੇਸ ਮੰਗਦਾ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੰਦ ਲਾਲ ਇੱਕ ਕੰਮ ਕਰੋ। ਹਾਲਾਂਕਿ ਉਹਦੀ ਕਲਮ 'ਚ ਬੜੀ ਤਾਕਤ ਹੈ, ਉਹਦੇ ਬੋਲਾਂ 'ਚ ਬੜੀ ਤਾਕਤ ਹੈ ਭਾਈ ਸਾਹਿਬ ਦੇ, ਪਰ ਜਦੋਂ ਬਖਸ਼ਿਸ਼ ਅਸੀਸ ਮੰਗਦਾ, ਗੁਰਦੇਵ ਆਨੰਦਪੁਰ ਸਾਹਿਬ ਆਏ ਹੋਏ ਨੂੰ ਇਹ ਨਹੀਂ ਕਹਿੰਦੇ ਕਿ ਇਸ ਵਿਦਿਆਲਿਆ ਵੀ ਤੂੰ ਵਿਦਿਆਰਥੀਆਂ ਨੂੰ ਪੜ੍ਹਾ, ਇਸ ਵਿਦਿਆਲਿਆ 'ਚ ਇੰਝ ਕਰ। ਕਮਾਲ ਦੀ ਗੱਲ, ਏਡਾ ਵੱਡਾ ਵਿਦਵਾਨ, ਅਰਬੀ ਫਾਰਸੀ ਦਾ, ਦੂਜੇ ਧਰਮਾਂ ਦਾ ਮੁਤਾਲਿਆ ਕਰਨ ਵਾਲਾ, ਉਹਨੂੰ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੰਦ ਲਾਲ ਗੁਰੂ ਕੇ ਲੰਗਰ ਦੀ ਸੇਵਾ ਸੰਭਾਲ ਲੈ, ਜਿੰਨੀ ਤੂੰ ਲੰਗਰ ਦੀ ਸੇਵਾ ਕਰੇਗਾ ਓਨੀ ਤੇਰੇ ਅੰਦਰ ਪਵਿੱਤਰਤਾ ਆਵੇਗੀ। ਹੁਣ ਮੈਨੂੰ ਦੱਸੋ ਕਿਉਂ ਸੇਵਾ ਦਿੱਤੀ? ਯਾਦ ਰੱਖਿਓ, ਮੈਂ ਬੇਨਤੀ ਕਰ ਲੱਗਾ, ਜੇ ਵਿਦਵਾਨ ਆਪਣੇ ਹੱਥੀਂ ਸੇਵਾ ਕਰਨ ਲੱਗ ਪਵੇ, ਨਾਲ ਅਰਦਾਸ ਕਰੇ ਮੈਂ ਛਲ ਤੋਂ ਬਚ ਜਾਵਾਂ। ਇਹ ਤਾਂ ਖੂਹ ਹੈ, ਖੂਹ 'ਚ ਜਿਹੋ ਜੀ ਆਵਾਜ਼ ਮਾਰੋਗੇ ਵਾਪਸ ਉਹੋ ਜੀ ਆਉਣੀ। ਜੋ ਕੁਝ ਮੂੰਹ 'ਚੋਂ ਕੱਢਿਆ ਉਹ ਕੁਝ ਵਾਪਸ ਆਉਣਾ। ਰੱਬ ਦੇ ਘਰ ਦਾ ਤਾਂ ਰਸਤਾ ਐਸਾ ਪਿਆਰਿਓ, ਤੁਸੀਂ ਜ਼ਿੰਦਗੀ ਤਜਰਬਾ ਕਰੋ, ਜੋ ਕੁਝ ਤੁਸੀਂ ਆਪਣੀ ਜ਼ਿੰਦਗੀ 'ਚ ਕਿਸੇ ਪ੍ਰਤੀ ਕੀਤਾ ਹੈ ਨਾ, ਉਹਨੂੰ ਸੁਚੇਤ ਹੋ ਕੇ ਰਿਓ, ਉਹ ਤੁਹਾਨੂੰ ਭੋਗਣਾ ਪਏਗਾ। ਇਹ ਸੰਸਾਰ ਹੈ ਐਸਾ, ਕਈ ਵਾਰੀ ਪਿਛਲੇ ਵੀ ਭੋਗਣੇ ਪੈਂਦੇ। ਹਜ਼ੂਰ ਕਹਿੰਦੇ ਨੇ ਤੂੰ ਇੱਕ ਕੰਮ ਕਰ, ਤੂੰ ਸੇਵਾ ਕਰ। ਭਾਈ ਨੰਦ ਲਾਲ ਸਾਹਿਬ ਸੇਵਾ 'ਚ ਲੱਗ ਜਾਂਦੇ ਨੇ, ਆਪ ਭਾਂਡੇ ਮਾਂਜਦੇ ਨੇ, ਆਪ ਸੰਗਤਾਂ ਦੀ ਲੰਗਰ ਪਕਾ ਕੇ ਛਕਾਉਂਦੇ ਨੇ। ਇਵਨ ਕਿ ਗੁਰੂ ਗੋਬਿੰਦ ਸਿੰਘ ਆਉਂਦੇ ਨੇ, ਆਪਣਾ ਭੇਖ ਬਦਲ ਕੇ ਭਾਈ ਨੰਦ ਲਾਲ ਸਾਹਿਬ ਉਹਨਾਂ ਨੂੰ ਵੀ ਆਟਾ ਗੁੰਨ ਕੇ ਪ੍ਰਸ਼ਾਦਾ ਛਕਾਈ ਜਾ ਰਹੇ ਨੇ। ਹਜ਼ੂਰ ਸੱਚੇ ਪਾਤਸ਼ਾਹ ਫਿਰ ਕਹਿੰਦੇ ਨੇ ਨੰਦ ਲਾਲ ਤੂੰ ਇਸ਼ਕ ਦੇ ਮੁਕਾਮ ਤੇ ਪਹੁੰਚ ਗਏ। ਫਿਰ ਭਾਈ ਨੰਦ ਲਾਲ ਸਾਹਿਬ ਜੀ ਦਾ ਵਰਗਾ ਮਹਾਂਪੁਰਖ ਕਹਿੰਦਾ ਹੈ, ਇਸ਼ਕ ਮੌਲਾ ਮਰਤੁਰਾ ਮੌਲਾ ਕੁਨਦ, ਦਰਦੇ ਗਮਹਾ ਬੇਤਰੋ ਔਲਾ ਕੁਨਦ। ਕਹਿੰਦੇ ਨੇ ਮੇਰੇ ਪਿਆਰੇ ਦੇ ਇਸ਼ਕ ਨੇ, ਮੇਰੇ ਪਿਆਰੇ ਦੇ ਪਿਆਰ ਨੇ, ਮੌਲਾ ਦੇ ਇਸ਼ਕ ਨੇ ਮੈਨੂੰ ਮੌਲਾ ਵਰਗਾ ਬਣਾ ਦਿੱਤਾ। ਕਹਿਣ ਲੱਗੇ ਉਹਦੇ ਨਿਰਮਲ ਪਿਆਰ ਨੇ ਮੇਰੇ ਅੰਦਰ ਦੇ ਗਮਾਂ ਤੇ ਚਿੰਤਾ ਦਾ ਡੇਰਾ ਜਿਹੜਾ ਸੀ ਚਕਲਾ ਚੂਰ ਕਰ ਦਿੱਤਾ। ਮੈਂ ਬੇਨਤੀ ਕਰਾਂਗਾ ਕਿ ਦੇਖੋ, ਵਿਦਵਤਾ ਹੋਣੀ ਚੰਗੀ ਗੱਲ ਹੈ, ਪੜ੍ਹਨਾ ਚਾਹੀਦਾ, ਪਰ ਪੜ੍ਹਦਿਆਂ ਇਸ ਗੱਲ ਨੂੰ ਭੁੱਲਿਓ ਨਾ, ਮਨ ਦੀ ਚਲਾਕੀ ਤੋਂ ਬਚਿਓ। ਇੱਥੇ ਇੱਕ ਉਦਾਹਰਨ ਸ਼੍ਰੀਮਾਨ ਭਾਈ ਵੀਰ ਸਿੰਘ ਦੀ ਦੇ ਕੇ, ਉਹਨਾਂ ਦੀ ਜਿਹੜੀ ਉਹ ਰਚਨਾ ਹੈ ਇਲਮ ਤੇ ਅਮਲ। ਇਲਮ ਹੈ ਗਿਆਨ ਤੇ ਅਮਲ ਹੈ ਉਸ ਗਿਆਨ ਨੂੰ ਜ਼ਿੰਦਗੀ 'ਚ ਅਪਣਾ ਲੈਣਾ। ਉਹਨਾਂ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਸੀ, ਕਹਿੰਦੇ ਨੇ ਅਮਲ ਤੋਂ ਵਿਖਾਉਣ ਜਿਹੜਾ ਇਲਮ ਹੈ, ਇਹਨੂੰ ਮੈਂ ਸਿੱਧੇ ਪੰਜਾਬੀ ਦੇ ਸ਼ਬਦ ਵਰਤਾਂ ਕਿ ਅਨੁਭਵ ਤੋਂ ਬਿਨਾਂ ਜਿਹੜਾ ਬਾਹਰ ਦਾ ਗਿਆਨ ਹੈ, ਉਹ ਕਹਿੰਦੇ ਉਹਦੇ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ, ਉਹਦੇ 'ਚੋਂ ਸੜਾਂਧ ਉੱਠਦੀ। ਉਹਨਾਂ ਨੂੰ ਪੁੱਛਿਆ ਜੀ ਸੜਾਂਧ ਕਿਵੇਂ? ਉਹਨਾਂ ਨੇ ਕਿਹਾ ਵੀ ਮੰਨ ਲਓ ਇੱਕ ਬੰਦਾ ਮੰਗਤਾ, ਆਪਣੇ ਹੱਥ 'ਚ ਉਹਨੇ ਖੱਪਰ ਪਕੜਿਆ, ਉਹ ਹਰ ਇੱਕ ਦੇ ਬੂਹੇ ਅੱਗੇ ਖਲੋ ਕੇ ਮੰਗਦਾ, ਕਹਿੰਦਾ ਮੈਨੂੰ ਭੁੱਖ ਲੱਗੀ। ਉਹਦੇ ਖੱਪਰ 'ਚ ਕੋਈ ਸਬਜ਼ੀ ਪਾ ਰਿਹਾ, ਕੋਈ ਖੀਰ ਪਾ ਰਿਹਾ, ਕੋਈ ਮਿੱਠਾ ਪਾ ਰਿਹਾ, ਕੋਈ ਸਲੂਣਾ ਪਾ ਰਿਹਾ। ਇਕੱਲੀ ਖੀਰ ਮਿੱਠਾ ਸਲੂਣਾ ਉਹਦੀ ਭੁੱਖ ਮਿਟਾਉਂਦੇ, ਪਰ ਦੁੱਖ ਇਸ ਚੀਜ਼ ਦਾ ਉਹ ਹਰ ਚੀਜ਼ ਖੱਪਰ 'ਚ ਪਾਈ ਗਿਆ, ਉਸ ਖੱਪਰ ਵਿੱਚ ਪਈਆਂ ਹੋਈਆਂ ਕੀਮਤੀ ਚੀਜ਼ਾਂ ਵੀ ਬਦਬੂ ਬਣ ਗਈਆਂ, ਸੜਾਂਧ ਮਾਰ ਲੱਗ ਪਈਆਂ। ਭਾਈ ਸਾਹਿਬ ਕਹਿੰਦੇ ਨੇ ਬੰਦਿਆਂ ਨੇ ਆਪਣੇ ਦਿਮਾਗ ਨੂੰ, ਆਪਣੀ ਖੋਪੜੀ ਨੂੰ ਇੱਕ ਖੱਪਰ ਬਣਾਇਆ। ਸੱਚ ਇਹ ਵੇ ਸਾਰਾ ਦਿਨ ਜਾਣਕਾਰੀ ਇਕੱਠੀ ਕਰਦੇ, ਇੱਥੋਂ ਵੀ ਮਿਲ ਜਾਏ। ਜਾਣਕਾਰੀ ਇਕੱਠੀ ਕਰਨਾ ਕੋਈ ਮਾੜਾ ਕੰਮ ਨਹੀਂ, ਪਰ ਜਾਣਕਾਰੀ ਇਕੱਠੀ ਕਰਕੇ ਨਾ ਜਾਣਨਾ, ਇਹਦੇ 'ਚ ਬੜਾ ਮੰਦਾ ਹਾਲ ਹੁੰਦਾ। ਕਹਿੰਦੇ ਨੇ ਬੰਦਿਆਂ ਨੇ ਆਪਣੀ ਖੋਪੜੀ ਨੂੰ ਕਚਕੋਲ ਖੱਪਰ ਬਣਾਇਆ, ਹਰ ਬੰਦੇ ਦਾ ਗਿਆਨ ਅੰਦਰ ਪਿਆ। ਸੱਚੀ ਗੱਲ ਜੇ ਮੈਂ ਸੁਬਾਹ ਵੀ ਕਿਹਾ, ਇਹ ਅੰਦਰ ਕਿੱਦਣ ਨਿਰਣਾ ਕਰੇਗਾ ਚੱਲਣ ਦਾ? ਅਜੇ ਵੀ ਅਸੀਂ ਪੁੱਛ ਨਹੀਂ ਪਏ ਹਾਂ, ਆਹ ਠੀਕ ਹੈ ਗਲਤ ਹੈ। ਸੱਚੀ ਗੱਲ ਅਸੀਂ ਚੁਰਸਤੇ 'ਚ ਖਲੋਤੇ ਹੋਏ ਉਸ ਬੱਚੇ ਦੀ ਤਰ੍ਹਾਂ ਵਾਂ, ਜਿਹਨੂੰ ਜਿਹੜਾ ਮਰਜੀ ਉਂਗਲੀ ਲਾ ਕੇ ਮੀਲ ਇੱਧਰ ਲੈ ਜਾਂਦਾ, ਉੱਥੋਂ ਭਟਕ ਕੇ ਫਿਰ ਪਿਛਾ ਹੁੰਦਾ ਹੈ, ਦੂਜਾ ਉਂਗਲੀ ਲਾ ਕੇ ਦੂਜੇ ਪਾਸੇ ਲੈ ਜਾਂਦਾ। ਫੈਸਲੇ ਹੀ ਨਹੀਂ ਕਰ ਰਹੇ। ਕਹਿੰਦੇ ਨੇ ਆਪਣਾ ਅਸੀਂ ਗਿਆਨ ਇਕੱਠਾ ਕਰ ਰਹੇ ਹਾਂ, ਜਾਣਕਾਰੀ ਇਕੱਠੀ ਕਰ ਰਹੇ ਹਾਂ। ਕਹਿੰਦੇ ਆਪਣੇ ਦਿਮਾਗ ਦੀ ਖੋਪੜੀ ਨੂੰ ਭਰ ਲਿਆ ਲੋਕਾਂ ਦੇ ਗਿਆਨ ਨਾਲ,
ਅੱਖਰਾਂ ਦੀ ਸਮਝ ਪੈ ਗਈ ਤੇ ਅੰਦਰੋਂ ਖੌਮੇ ਦੀ ਬੋ ਆਈ। ਲੋਕਾਂ ਮੈਨੂੰ ਸਰੋਪੇ ਦੇ ਦਿੱਤੇ, ਵਿਦਵਾਨ ਕਹਿ ਦਿੱਤਾ, ਪੰਡਿਤ ਕਹਿ ਦਿੱਤਾ, ਮਹਾਨ ਗਿਆਨੀ ਦੇ ਰੁਤਬੇ ਦਿੱਤੇ ਗਏ। ਕਹਿੰਦੇ ਨੇ ਇੱਕ ਦਿਨ ਮੈਂ ਇਸ ਹਉਮੈ ਦਾ ਮਾਰਿਆ ਆਪਣੇ ਮੈਂ ਮੁਰਸ਼ਦ ਦੇ ਦਰ ਤੇ ਚਲਾ ਗਿਆ। ਮੈਨੂੰ ਇਹ ਸੀ ਮੇਰੀ ਹਉਮੈ ਨੂੰ ਵੀ ਮੈਂ ਆਇਆ, ਮੈਨੂੰ ਬਹੁਤ ਮਾਣ ਮਿਲੇਗਾ, ਮੇਰੇ ਕੋਲ ਗਿਆਨ ਬੜਾ ਹੈ। ਕਹਿੰਦੇ ਨੇ ਜਦੋਂ ਮੈਂ ਜਾ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਲੋਕਾਂ ਨੇ ਕਿਹਾ ਫਲਾਣਾ ਵਿਦਵਾਨ ਆਇਆ ਹੈ, ਤੇ ਗੁਰੂ ਨੇ ਕਿਹਾ ਇਹਨੂੰ ਕਹੋ ਫਟਾਫਟ ਆਪਣੀ ਖੋਪਰੀ ਚੁੱਕ ਲਵੇ, ਇਹਦੀ ਖੋਪਰੀ ਵਿੱਚੋਂ ਦੂਜਿਆਂ ਦੀ ਜਾਣਕਾਰੀ ਦੀ ਬਦਬੂ ਆਉਂਦੀ ਪਈ। ਇਸ ਦਾ ਆਪਣਾ ਅਨੁਭਵ ਨਹੀਂ, ਇਸ ਅੰਦਰ ਬਦਬੂ ਆ ਰਹੀ। ਪਿਆਰਿਓ, ਕਹਿੰਦੇ ਨੇ ਫਿਰ ਪੁੱਛਿਆ ਮੁਰਸ਼ਦ ਤੋਂ ਕਿਵੇਂ ਬਦਬੂ ਜਾਏ? ਕਹਿੰਦੇ ਨੇ ਫਿਰ ਮੇਰੇ ਗੁਰੂ ਨੇ ਸ਼ਬਦ ਦੇ ਨਾਲ, ਸੇਵਾ ਦੇ ਨਾਲ, ਸਿਮਰਨ ਦੇ ਨਾਲ, ਨਾਮ ਦੇ ਅਭਿਆਸ ਨਾਲ ਇੰਨਾ ਕੁ ਧੋਤਾ। ਉਹਨਾਂ ਨੇ ਕਿਹਾ ਪਹਿਲਾਂ ਖੱਪਰ ਧੋ, ਬਾਅਦ ਵਿੱਚ ਨਿਰਮਲ ਗਿਆਨ ਵਿੱਚ ਪਾਵੇਂ। ਭਾਈ ਸਾਹਿਬ ਦੀ ਰਚਨਾ 'ਚ ਬੜੇ ਸੋਹਣੀ, ਮੈਨੂੰ ਕਈ ਵਾਰੀ ਮੈਂ ਸੰਗਤ ਸਾਂਝੀ ਕਰਨ ਉਹਨਾਂ ਕੁਝ ਮਹੀਨਿਆਂ ਬਾਅਦ ਭਾਈ ਸਾਹਿਬ ਲਿਖਦੇ ਨੇ, ਸਿਰ ਕਚਕੋਲ ਬਣਾ ਹੱਥ ਲਿੱਤਾ, ਪੜ੍ਹਿਆਂ ਦੁਆਰੇ ਫਿਰਿਆ, ਦਰ ਦਰ ਦੇ ਟੁਕ ਮੰਗ ਮੰਗ ਪਾਏ, ਤੁਨ ਤੁਨ ਕੇ ਇਹ ਭਰਿਆ। ਭਰਿਆ ਦੇਖ ਅਫਰਿਆ ਮੈਸਾਂ, ਜਾਣਾ ਪੰਡਿਤ ਹੋਇਆ, ਧਰਤੀ ਪੈਰ ਨਾ ਟਿਕੇ ਮੇਰਾ, ਉੱਚਾ ਹੋ ਤੁਰਿਆ। ਇੱਕ ਦਿਨ ਇਹ ਕਚਕੋਲ ਲੈ ਗਿਆ, ਇਹ ਖੋਪੜੀ ਗੁਰੂ ਦੇ ਕੋਲ ਗਈ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ 'ਚ ਕਿਹਾ, ਇਹਨੂੰ ਧਿਆਨ ਨਾਲ ਸੁਣਿਓ, ਮੈਂ ਕਿਉਂ ਇਸ ਗੱਲ ਤੇ ਜ਼ੋਰ ਦੇ ਰਿਹਾ। ਇਹ ਆਣਾ ਤਰ ਜਾਊਗਾ, ਸਿਆਣਾ ਡੁੱਬੂਗਾ। ਸਿਆਣੇ ਲੋਕ ਕਹਿੰਦੇ ਨੇ ਜਿਹੜੇ ਤਾਰੂ ਡੁੱਬ ਜਾਂਦੇ ਨੇ, ਅਨ ਤਾਰੂ ਨਿਕਲ ਜਾਂਦੇ ਨੇ। ਉਹ ਕੋਸ਼ਿਸ਼ ਕਰਦੇ ਨੇ ਸਿਆਣੇ ਦੀ। ਇਸੇ ਕਰਕੇ ਗੁਰਦੇਵ ਨੇ ਕਿਹਾ, ਗੁਰ ਕੀ ਮਾਤੂ ਲੈ ਇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਆ ਮਨ ਆਪਣੇ ਸੁਚੇਤ। ਭਾਈ ਸਾਹਿਬ ਕਹਿੰਦੇ ਨੇ ਕਿ ਮੈਂ ਪੰਡਿਤ ਹੋ ਗਿਆ, ਸਮਝਿਆ, ਉੱਚਾ ਹੋ ਤੁਰਿਆ। ਇੱਕ ਦਿਨ ਇਹ ਕਚਕੋਲ ਲੈ ਗਿਆ, ਮੁਰਸ਼ਦ ਮੂਹਰੇ ਤੁਰਿਆ, ਗੁਰੂ ਦੇ ਚਰਨਾਂ 'ਚ ਰੱਖਿਆ, ਝੂਠ ਝੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ। ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਈ। ਜਿਹੜੀ ਆ ਜਾਣਕਾਰੀ ਦੀ ਮੈਲ ਇਕੱਠੀ ਕੀਤੀ ਪਈ ਸੀ, ਇਹ ਸਾਰੀ ਧੋ ਦਿੱਤੀ। ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਈ। ਵੇਖੋ ਇਹ ਕਚਕੌਲ ਲਿਸ਼ਕਿਆ, ਕਵਲ ਵਾਂਗ ਫਿਰ ਖਿੜਿਆ। ਉਹੀ ਭਾਂਡਾ ਜਿੱਥੇ ਅਨੁਭਵੀ ਗਿਆਨ ਆ ਗਿਆ, ਉਹਦੇ ਵਿੱਚ ਸੱਚ ਇਹ ਵੇ ਖੇੜਾ ਆ ਗਿਆ। ਮੈਂ ਬੇਨਤੀ ਕਰਾਂ, ਸਤਿਗੁਰੂ ਨੇ ਇਸ ਸ਼ਲੋਕ ਵਿੱਚ ਜੋ ਸੁਬਾਹ ਤੋਂ ਅਸੀਂ ਪਿਛਲੇ ਵਿਚਾਰ ਰਹੇ ਹਾਂ ਕਿ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਮਨ ਦੇ ਚਲਾਕ ਨੇ ਗੁਰੂ ਨੂੰ ਚੇਤੇ ਨਹੀਂ ਕਰਦੇ, ਪਰਮੇਸ਼ਵਰ ਨੂੰ ਯਾਦ ਨਹੀਂ ਕਰ ਰਹੇ। ਅਰਜ਼ ਕੀਤੀ ਸੀ, ਸਿਮਰਨ ਨਾ ਕਰੋ ਵੱਖਰੀ ਗੱਲ ਏ, ਪਰ ਦਲੀਲਾਂ ਦੇ ਦੇ ਕੇ ਸਿੱਧ ਕਰੀ ਜੋ ਸਿਮਰਨ ਹੁੰਦਾ ਹੀ ਨਹੀਂ, ਬੰਦਾ ਤਾਂ ਡੁੱਬ ਗਿਆ। ਇਹ ਤਾਂ ਫੇਤ ਹੈ, ਤੂੰ ਹੈ। ਇਹ ਵੀ ਇੱਕ ਵਿਚਾਰ ਫੁਰਨਾ ਚੱਲੇ ਜਾਏ, ਤੂੰ ਹੈ, ਇਹ ਹੈ ਵੀ ਸਿਮਰਨ ਬਣ ਜਾਂਦਾ ਹੁੰਦਾ। ਤੂੰ ਹੈ ਹਰ ਵਕਤ ਉਹਦੀ ਹਜ਼ੂਰੀ ਪਾਸੇ। ਸਤਿਗੁਰੂ ਨੇ ਕਿਹਾ ਇਹ ਬਵਾੜ ਤਿਲ ਨੇ, ਛੁੱਟੜ ਤਿਲ ਨੇ, ਜਿਨ੍ਹਾਂ ਦੇ ਅੰਦਰ ਸੱਚ ਇਹ ਵੇ ਕਿ ਦਾਣੇ ਨਹੀਂ ਪਏ, ਨਿਖਸਮੇ ਰਹਿ ਗਏ। ਚਲਾਕੀ ਕਰ ਵਰਤਨ ਵਾਲੇ, ਕਪਟ ਵਰਤਨ ਵਾਲੇ, ਛਲ ਵਰਤਨ ਵਾਲੇ। ਤੇ ਮੇਰੇ ਗੁਰੂ ਦਰ ਤੇ ਇਹੋ ਜਿਹੇ ਬੰਦੇ ਸਵੀਕਾਰ ਨਹੀਂ, ਉਹ ਕਿਸੇ ਤਰ੍ਹਾਂ ਦਾ ਵੀ ਛਲ ਕਰਨ। ਮੈਂ ਇੱਕ ਉਦਾਹਰਨ ਛੋਟੀ ਦੀ ਹੋਰ ਦੇ ਦੇਣਾ। ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਸਜਿਆ ਹੈ, ਤੇ ਸਤਿਗੁਰੂ ਜਦੋਂ ਆਪਣੀ ਰਚਨਾ ਕਰਦੇ ਨੇ ਤੇ ਉਹਨਾਂ ਦੀ ਰਚਨਾ ਦਾ ਉਤਾਰਾ ਕਰਕੇ ਲਿਖ ਕੇ ਉਹ ਤੋਸ਼ੇਖਾਨੇ 'ਚ ਰੱਖੀ ਜਾਂਦੀ। ਇੱਕ ਸੱਜਣ ਜਿਨ੍ਹਾਂ ਦਾ ਨਾਮ ਇਤਿਹਾਸ ਨੇ ਭਾਈ ਰੋਸ਼ਨ ਸਿੰਘ ਦੱਸਿਆ, ਉਹ ਹਜ਼ੂਰ ਦੀ ਰਚਨਾ ਦੇ ਕਾਪੀ ਕਰਦਾ ਹੁੰਦਾ ਸੀ ਜਾਂ ਲਿਖ ਕੇ ਉਹ ਤੋਸ਼ੇਖਾਨੇ 'ਚ ਰੱਖਦਾ ਸੀ। ਇੱਕ ਦਿਨ ਕੀ ਕੀਤਾ, ਮਹਾਰਾਜ ਜੀ ਨੇ ਸਵਈਏ ਉਚਾਰਨ ਕੀਤੇ ਨੇ ਤੇ ਕਹਿਣ ਲੱਗੇ ਸਾਰੀ ਰਚਨਾ ਨੂੰ ਤੋਸ਼ੇਖਾਨੇ 'ਚ। ਉਹਨੇ ਸਿਆਣਾ ਬੜਾ ਸੀ, ਇੰਨਾ ਉਹ ਦਿਮਾਗ ਵਰਤਦਾ ਸੀ। ਤੇ ਇਹ ਗੱਲ ਚੇਤੇ ਰੱਖਿਓ, ਅੱਜ ਸਾਇੰਸ ਸਿੱਧ ਕਰ ਰਹੀ ਹੈ, ਜਿੰਨਾ ਬੰਦਾ ਆਪਣੇ ਦਿਮਾਗ ਦੀ ਵਰਤੋਂ ਕਰੇਗਾ ਉਹਨਾਂ ਇਹ ਚਾਨਣ ਵਾਲੇ ਪਾਸੇ ਜਾਏਗਾ। ਚੇਤੇ ਰੱਖਿਓ, ਜਿਹੜੇ ਬੰਦੇ ਦਿਮਾਗ ਨੂੰ ਵਰਤਦੇ ਨਹੀਂ ਉਹ ਆਲਸੀ ਬਣ ਜਾਂਦੇ ਨੇ। ਉਹ ਸੱਚੀ ਗੱਲ, ਉਹਨਾਂ ਨੂੰ ਸਮਝ ਕੋਈ ਨਹੀਂ ਪੈਂਦੀ। ਬੰਦਾ ਚੱਲੇ ਤਾਂ। ਉਹ ਸਿਆਣਾ ਬੜਾ ਸੀ, ਚਲਾਕ ਵੀ ਬੜਾ ਸੀ। ਉਹਨੇ ਜੀ ਬਹਿ ਕੇ ਨਾ ਮਹਾਰਾਜ ਦੇ ਕੋਲ ਲਿਖਦੇ ਉਹਨੇ ਕੰਮ ਕੀਤਾ, ਆਪਣੇ ਪੱਟ ਦੇ ਉੱਤੇ ਹਿੰਟ ਪਾ ਲਏ।
समझ गया, पढ़दे चेते हो गया उन्होंने, इन्ना ओदी दिमाग हाफजा इन्ना तेज सी, उन्हें उस वक्त सारे सवैये चेते कर ले जी, नाल एक एक सतर लिख ली, पक्की पूरी जाके उतारा करांगा, किसी होर थां ते जाके सुनांगा, मेरी विद्वता दी धाक बैठेगी। ये तोशे खाने च रख के महाराज दे सामने आके बह गया। गुरु साहब ने आवाज दी, खालसा जी सिंघो। आवाज सुनदे सार दो चार सिंह उठ के आ गए। हजूर कहने लगे काम करो, सतलुज दी आनंदपुर साहब की घटना, कहने दही ते साबण का प्रबंध करो, इशनान करना। महाराज इशनान? हजूर कहने लगे असी नहीं करना, रोशन सिंह नूं कराना। सतगुरु जानते ने अपने पट दे उत्ते शाही नाल सतरां लिखियां ने। वो कहना नहीं नहीं महाराज मैं तो सवेरे कैसी करके आया। गुरु साहब कहते तू घरों करके आया सी, जिहड़ा कराना वो अर्थ कुछ होर ने। समझ वो भी गया। मैं तां बेनती की, चलाकी ना वरत, गुरु जानदा है। महाराज कहते ने मैं इशनान खुद करवाना चाहना तेनू। वो कहना नहीं मैं करके आया जी, मैं कैसी किया, मैं दही नाल नहाता। महाराज ने कहा साबन नहीं, दही भी लैके आओ, दोबारा फिर नवाने। महाराज ने पर्दा पाई रखा, ये नहीं दसिया क्यों इशनान करान लगे। सिंह लै गया जी पकड़ के, हुक्म मनना सी। दरिया के कंढे मारिया, थले पानी सटिया, कपड़े ला के सारे मल मल के चंगी तरह नहाता। जिहड़ी शाही लगी सी सारी मल के पट तो थले उतर गई। कपड़े कुपड़े पा के सामने आके बह गया। सतगुरु ने एक शब्द क्या, रोशन के रुशनाई, चानना के शाही। समझे नहीं बाकी। सतगुरु कहते रोशन के रुशनाई, नाम तेरा रोशन सिंह है ते है तू रुशनाई, रुशनाई दर ते शाही काला। इनू कहते कालख। नाम तेरा रोशन सिंह है, काम तू शाही वाले काले करने। चानना के शाही, रोशन ते चानन हुंदा, तू तां कालख बनिया बैठा। उन्हें चरण पकड़ लिया, कहंदा महाराज मैं गलती की, तुसी क्यों इशनान कराया। सतगुरु कहंदे ने नहीं, एक कपट पुणे दी चलाक पुणा एक महल है, चेते रखी। इत्थे बाहर दे सतलुज दे पानी नाल धुप गए, जे अंदर कपट दी मैल चली जाती तो कई जन्म लग जाने सन।